ਅੱਜ ਵੀ ਸੰਗਤਾਂ ਇਸ ਪਵਿੱਤਰ ਸਥਾਨ ਦੇ ਦਰਸ਼ਨਾਂ ਨੂੰ ਜਾਂਦੀਆਂ ਹਨ, ਪਰ ਬਹੁਤੀ ਉਚਾਈ ਤੇ ਬਰਫੀਲਾ ਇਲਾਕਾ ਹੋਣ ਕਰਕੇ ਘੱਟ ਵੱਧ ਹੀ ਸੰਗਤਾਂ ਇੱਥੇ ਜਾਣ ਦਾ ਉਦਮ ਕਰਦੀਆਂ ਨੇ। ਬੜੀ ਹਾਈਟ ਤੇ ਪੈਂਦਾ ਹੈ, ਬਹੁਤ ਉੱਚਾ ਹੈ। ਸਰਕਾਰ ਵੱਲੋਂ ਜਦੋਂ ਪੱਕੀ ਸੜਕ ਬਣਾਈ ਜਾਣ ਲੱਗੀ ਤਾਂ ਸੜਕ ਵਿੱਚ ਇਹ ਪੱਥਰ ਆ ਗਿਆ। ਇਸ ਪੱਥਰ ਨੂੰ ਹਟਾਉਣ ਦੇ ਬੜੇ ਯਤਨ ਕੀਤੇ ਗਏ, ਬਹੁਤ ਤਰੀਕੇ ਅਪਣਾਏ ਗਏ, ਪਰ ਨਿਸ਼ਫਲ ਹੀ ਰਹੇ। ਤਾਂ ਸੜਕ ਬਣਾਉਣ ਵਾਲਿਆਂ ਨੇ ਆਪਣੇ ਤੋਂ ਵੱਡੇ ਅਫਸਰ ਨੂੰ ਖਬਰ ਕੀਤੀ ਕਿ ਰਾਹ ਵਿੱਚ ਇੱਕ ਪੱਥਰ ਆ ਗਿਆ ਜੋ ਕਿ ਹਟ ਨਹੀਂ ਪਾ ਰਿਹਾ। ਅਸੀਂ ਸਾਰੇ ਯਤਨ ਕਰਕੇ ਹਾਰ ਚੁੱਕੇ ਹਾਂ। ਤਾਂ ਅਫਸਰ ਕਹਿਣ ਲੱਗਾ, ਕੋਈ ਗੱਲ ਨਹੀਂ, ਮੈਂ ਆਪ ਆ ਕੇ ਦੇਖਦਾ ਹਾਂ। ਤੇ ਜਦੋਂ ਅਫਸਰ ਨੂੰ ਉੱਥੇ ਦੇ ਲੋਕਾਂ ਕੋਲੋਂ ਪੱਥਰ ਦੇ ਇਤਿਹਾਸ ਬਾਰੇ ਪਤਾ ਲੱਗਾ ਤੇ ਅਫਸਰ ਨੇ ਪੱਥਰ ਹਟਾਉਣ ਨੂੰ ਮਨਾ ਕਰ ਦਿੱਤਾ ਤੇ ਇਹ ਫੈਸਲਾ ਲਿੱਤਾ ਕਿ ਪੱਥਰ ਨਾ ਹਟਾ ਕੇ ਪਿੱਛੋਂ ਆਉਣ ਵਾਲੀ ਸਿੱਧੀ ਸੜਕ ਨੂੰ ਦੂਜੇ ਪਾਸੇ ਮੋੜ ਦਿੱਤਾ ਜਾਵੇ, ਜੋ ਕਿ ਅੱਗੇ ਜਾ ਕੇ ਫਿਰ ਸਿੱਧੀ ਹੋ ਜਾਂਦੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਨ੍ਹਾਂ ਨੇ ਵੀ ਉਸ ਪਵਿੱਤਰ ਪੱਥਰ ਦੇ ਦਰਸ਼ਨ ਕੀਤੇ ਹਨ, ਉਹ ਦੱਸਦੇ ਹਨ ਕਿ ਪੱਥਰ ਵਿੱਚ ਖੁੱਭਿਆ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੰਪੂਰਨ ਪਿੱਠ ਦਾ ਹਿੱਸਾ ਵੇਖ ਕੇ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਅੱਜ ਵੀ ਧੰਨ ਗੁਰੂ ਨਾਨਕ ਦੇਵ ਸਤਿਗੁਰ ਸੱਚੇ ਪਾਤਸ਼ਾਹ ਉੱਤੇ ਸਮਾਧੀ ਵਿੱਚ ਲੀਨ ਬੈਠੇ ਹਨ ਤੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਬੜੇ ਥੋੜੇ ਸਮੇਂ ਲਈ ਇੱਥੇ ਦੇ ਰਸਤੇ ਖੁੱਲ੍ਹਦੇ ਨੇ, ਕਿਉਂਕਿ ਬੜੀ ਹਾਈਟ 'ਤੇ ਇਹ ਸਥਾਨ ਪੈਂਦਾ ਹੈ। ਜਿਵੇਂ ਕਿ ਸ਼੍ਰੀ ਹੇਮਕੁੰਟ ਸਾਹਿਬ ਹੈ, ਉਵੇਂ ਲੇਹ ਲਦਾਖ ਦੀ ਧਰਤੀ ਉੱਤੇ ਇਹ ਪਵਿੱਤਰ ਗੁਰਦੁਆਰਾ ਹੈ। 1965 ਤੱਕ ਇੱਥੇ ਦੇ ਰਹਿਣ ਵਾਲੇ ਲਾਮੇ, ਜਿਨ੍ਹਾਂ ਨੂੰ ਬੋਧੀ ਵੀ ਆਖਦੇ ਹਨ, ਇਸ ਵਡਭਾਗੇ ਪੱਥਰ ਨੂੰ ਧੂਪ ਬੱਤੀ ਕਰਿਆ ਕਰਦੇ ਸਨ, ਪੂਜਾ ਕਰਿਆ ਕਰਦੇ ਸਨ। ਉਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣਾ ਮੰਨ ਕੇ ਨਾਨਕ ਲਾਮਾ ਕਹਿ ਕੇ ਪੁਕਾਰਿਆ ਕਰਦੇ ਸਨ, ਬਈ ਇਹ ਸਾਡੇ ਨਾਨਕ ਲਾਮਾ ਨੇ। ਪਰ ਅੱਜ ਇਸ ਸਥਾਨ ਤੇ, ਪਰ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਅੱਜ ਇਸ ਸਥਾਨ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੈ। ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸ਼੍ਰੀਨਗਰ ਤੋਂ ਲੇਹ ਲਦਾਖ ਜਾਣ ਵਾਲੀ ਪੱਕੀ ਸੜਕ ਉੱਤੇ ਲੇਹ ਲਦਾਖ ਸ਼ਹਿਰ ਤੋਂ 25 ਕਿਲੋਮੀਟਰ ਪਿੱਛੇ ਇਹ ਸੁੰਦਰ ਗੁਰਦੁਆਰਾ ਸੁਸ਼ੋਭਿਤ ਹੈ ਤੇ ਇਸ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਸ਼੍ਰੀ ਪੱਥਰ ਪਿੱਠ ਸਾਹਿਬ ਲੇਹ ਲਦਾਖ। ਇਸ ਗੁਰਦੁਆਰੇ ਦੀ ਸੇਵਾ ਸੰਭਾਲਤਾ ਸਤਿਗੁਰ ਪਾਤਸ਼ਾਹ ਜੀ ਨੇ ਸਾਡੀ ਮਿਲਟਰੀ ਦੇ ਨੌਜਵਾਨ ਵੀਰਾਂ ਨੂੰ ਬਖਸ਼ੀ ਹੈ। ਧੰਨ ਗੁਰੂ ਨਾਨਕ ਦੇਵ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਸਾਰ ਨੂੰ ਤਾਰਦੇ ਹੋਇਆਂ ਹੁਣ ਐਸੇ ਥਾਂ ਪੁੱਜੇ ਜਿੱਥੇ ਇੱਕ ਰਾਖਸ਼ ਰਹਿੰਦਾ ਸੀ, ਬੜਾ ਹੀ ਜ਼ਾਲਮ ਰਾਖਸ਼। ਇਸਨੇ ਪਿੰਡ ਦੇ ਲੋਕਾਂ ਨੂੰ ਬਹੁਤ ਦੁਖੀ ਕੀਤਾ ਹੋਇਆ ਸੀ। ਆਪਣੀ ਦੂਸਰੀ ਉਦਾਸੀ ਦੌਰਾਨ ਸੁਮੇਰ ਪਰਬਤ ਉੱਤੇ ਸਿੱਧ ਗੋਸ਼ਟ ਕਰਨ ਤੋਂ ਬਾਅਦ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇਪਾਲ ਤੋਂ ਸਿੱਕਿਮ ਤੇ ਸਿੱਕਿਮ ਤੋਂ ਲੇਹ ਲਦਾਖ ਹੁੰਦੇ ਹੋਏ ਇਸ ਸਥਾਨ ਨੂੰ ਆ ਕੇ ਪਵਿੱਤਰ ਕੀਤਾ। ਇੱਥੇ ਹੀ ਸਾਹਮਣੇ ਵਾਲੀ ਪਹਾੜੀ ਉੱਤੇ ਇੱਕ ਘੋਰ ਪਾਪੀ ਰਾਖਸ਼ ਰਹਿੰਦਾ ਸੀ, ਜਿਸ ਨੇ ਬੜੇ ਲੋਕਾਂ ਨੂੰ ਦੁਖੀ ਕੀਤਾ ਸੀ, ਜਿਸ ਨੇ ਲੋਕਾਂ ਨੂੰ ਬਹੁਤ ਹੀ ਦੁਖੀ ਕੀਤਾ ਹੋਇਆ ਸੀ ਅਤੇ ਪਤਾ ਨਹੀਂ ਕਿਤਨਿਆਂ ਦੀ ਜਾਨ ਵੀ ਲੈ ਚੁੱਕਿਆ ਸੀ। ਇਸ ਲਈ ਲੋਕ ਇੱਥੋਂ ਲੰਘਦੇ ਵੀ ਡਰਦੇ ਸਨ, ਬਈ ਪਤਾ ਨਹੀਂ ਕਿਸ ਦੀ ਮੌਤ ਆ ਜਾਣੀ। ਪਰ ਘਟ ਘਟ ਦੇ ਜਾਣਨ ਹਾਰੇ ਦੀਨ ਦੁਨੀਆ ਦੇ ਪਾਤਸ਼ਾਹ ਅੱਜ ਇਸ ਦਾ ਉਧਾਰ ਕਰਨ ਲਈ ਆਪ ਆਏ ਹਨ। ਤਾਂ ਜਿਸ ਪਹਾੜੀ ਤੇ ਇਹ ਰਾਖਸ਼ ਰਹਿੰਦਾ ਸੀ, ਉੱਥੇ ਹੀ ਥੱਲੇ
ਇੱਕ ਨਦੀ ਵਹਿ ਰਹੀ ਸੀ। ਪਾਤਸ਼ਾਹ ਨੇ ਨਦੀ ਦੇ ਕਿਨਾਰੇ ਆਪਣਾ ਆਸਨ ਢਾ ਲਿਆ ਤੇ ਆਸਨ ਢਾ ਕੇ ਬੈਠ ਗਏ। ਇਲਾਕੇ ਦੇ ਲੋਕ ਰੱਬੀ ਨੂਰ ਦਾ ਦਰਸ਼ਨ ਕਰਕੇ ਆਤਮਿਕ ਸੁੱਖ ਮਾਣ ਰਹੇ ਸਨ ਤੇ ਜਿੱਥੇ ਲੋਕ ਇੱਥੋਂ ਨਿਕਲਦੇ ਵੀ ਡਰਦੇ ਸਨ, ਉੱਥੇ ਉਸ ਰੱਬੀ ਨੂਰ ਦੇ ਦਰਸ਼ਨ ਕਰਕੇ ਨਿਡਰ ਹੋ ਗਏ। ਪਾਤਸ਼ਾਹ ਦੇ ਦਰਸ਼ਨ ਕਰਦਿਆਂ ਮੌਤ ਦਾ ਭੈ ਦੂਰ ਹੋ ਗਿਆ ਤੇ ਆਤਮਿਕ ਆਨੰਦ ਵਿੱਚ ਜੁੜ ਗਏ। ਸਾਧ ਸੰਗਤ, ਮੈਂ ਬਿਨੈ ਕਰਾਂ, ਗੁਰੂ ਦੇ ਦਰਸ਼ਨਾਂ ਦੀ ਇਹ ਬਰਕਤਾਂ ਨੇ, ਗੁਰੂ ਦੇ ਦਰਸ਼ਨਾਂ ਦੀ ਇਹ ਬਰਕਤਾਂ ਨੇ ਕਿ ਮੌਤ ਦਾ ਭੈ ਦੂਰ ਹੋ ਜਾਂਦਾ ਹੈ। ਇਹ ਵੇਖ ਕੇ ਰਾਖਸ਼ਸ ਬੜਾ ਗੁੱਸੇ ਵਿੱਚ ਆ ਗਿਆ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਉਣ ਨਾਲ ਹੁਣ ਇਸ ਦੀ ਕੋਈ ਪੇਸ਼ ਨਹੀਂ ਸੀ ਚੱਲਦੀ। ਫਿਰ ਮਨ ਹੀ ਮਨ ਵਿਉਤ ਬਣਾਉਣ ਲੱਗਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਾਰਨ ਦੀ ਸੋਚ। ਮੌਤ ਜਿਨ੍ਹਾਂ ਅੱਗੇ ਹੱਥ ਬੰਨ੍ਹ ਕੇ ਖੜੀ ਹੈ, ਜਿਸ ਦੇ ਇੱਕ ਇਸ਼ਾਰੇ ਨਾਲ ਹਵਾ ਆਪਣਾ ਰੁਖ ਬਦਲ ਦੇਵੇ, ਲੋਕਾਂ ਨੂੰ ਜੀਵਨ ਦਾਨ ਦੇਣ ਵਾਲੇ ਨਾਨਕ ਬਾਰੇ ਇਹ ਸੋਚ ਰਿਹਾ ਕਿ ਕਿਸ ਤਰ੍ਹਾਂ ਮਾਰਾਂ। ਪਰ ਪਾਪੀ ਨੂੰ, ਰਾਖਸ਼ਸ ਨੂੰ ਅਖੀਰਲਾ ਪਾਪ ਕਰਨ ਦਾ ਮੌਕਾ ਮਿਲ ਹੀ ਗਿਆ। ਅੰਮ੍ਰਿਤ ਵੇਲੇ ਦਾ ਸਮਾਂ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਸਨ ਢਾ ਕੇ ਸਮਾਧੀ ਸਥਿਤ ਪ੍ਰਭੂ ਚਿੰਤਨ ਵਿੱਚ ਲੀਨ ਸਨ। ਗੁਰੂ ਨਾਨਕ ਪਾਤਸ਼ਾਹ ਪਰਮਾਤਮਾ ਦਾ ਰੂਪ, ਜਾਂ ਇਉਂ ਕਹੋ ਪਰਮਾਤਮਾ ਆਪਣੇ ਆਪ ਵਿੱਚ ਲੀਨ ਹੋ ਕੇ ਬੈਠਾ ਹੈ। ਇਸ ਪਾਪੀ ਨੇ ਉਚਿਤ ਮੌਕਾ ਸਮਝ ਕੇ ਇੱਕ ਵੱਡੇ ਆਕਾਰ ਵਾਲੇ ਪਹਾੜੀ ਪੱਥਰ ਨੂੰ ਧੱਕਾ ਦੇ ਦਿੱਤਾ। ਰਿੜਦਾ ਹੋਇਆ ਇਹ ਪੱਥਰ ਆ ਕੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਪਿੱਠ ਵਿੱਚ ਖੁੱਭ ਗਿਆ। ਤੇ ਸਾਧ ਸੰਗਤ, ਜਾਂ ਇਸ ਪੱਥਰ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਛੋਹ ਪ੍ਰਾਪਤ ਹੋਈ, ਉਸ ਦੀ ਸਾਰੀ ਕਠੋਰਤਾ ਮੋਮ ਹੋ ਗਈ। ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਜਾਂ ਪੱਥਰ ਆ ਕੇ ਖੁੱਭਿਆ, ਪੱਥਰ ਮੋਮ ਹੋ ਗਿਆ, ਮੈਲਟ ਹੋ ਗਿਆ, ਸਾਰੀ ਕਠੋਰਤਾ ਛੱਡ ਦਿੱਤੀ। ਸਾਧ ਸੰਗਤ, ਮੈਂ ਬਿਨੈ ਕਰਾਂ, ਸਮਰੱਥ ਗੁਰੂ ਦੇ ਹੁਕਮ ਵਿੱਚ ਕੁਦਰਤ ਵੀ ਆਪਣੇ ਨਿਯਮ ਬਦਲ ਦਿੰਦੀ ਹੈ। ਮੈਂ ਫਿਰ ਦੁਹਰਾ ਦੇਵਾਂ, ਪੂਰਨ ਗੁਰੂ, ਸਮਰੱਥ ਗੁਰੂ ਦੇ ਹੁਕਮ ਵਿੱਚ ਕੁਦਰਤ ਵੀ ਆਪਣੇ ਨਿਯਮ ਬਦਲ ਦਿੰਦੀ ਹੈ। ਨਹੀਂ ਤੇ ਸਾਇੰਸਦਾਨਾਂ ਕੋਲ ਕੋਈ ਐਸੀ ਮਿਸਾਲ ਨਹੀਂ ਹੈ ਕਿਸੇ ਪੱਥਰ ਨੂੰ ਕਿਸੇ ਦੇਹੀ ਨਾਲ ਛੋਹ ਪ੍ਰਾਪਤ ਹੋਈ ਹੋਵੇ ਤੇ ਉਹ ਮੈਲਟ ਹੋ ਕੇ ਮੋਮ ਹੋ ਗਿਆ ਹੋਵੇ। ਗੁਰੂ ਨਾਨਕ ਪਾਤਸ਼ਾਹ ਜੀ ਦਾ ਸੰਪੂਰਨ ਪਿੱਠ ਵਾਲਾ ਹਿੱਸਾ ਪੱਥਰ ਵਿੱਚ ਧਸ ਗਿਆ, ਪਰ ਗੁਰੂ ਨਾਨਕ ਪਾਤਸ਼ਾਹ ਜੀ ਅਡੋਲ ਸਿਮਰਨ ਵਿੱਚ ਲੀਨ ਬੈਠੇ ਰਹੇ, ਕਿਉਂਕਿ ਹਲੇ ਤਾਂ ਕੇਵਲ ਪੱਥਰ ਹੀ ਮੋਮ ਹੋਇਆ ਸੀ। ਉਹ ਰਾਖਸ਼ਸ ਜੋ ਪੱਥਰ ਦੀ ਤਰ੍ਹਾਂ ਕਠੋਰ ਹੋ ਚੁੱਕਿਆ ਸੀ, ਉਸ ਨੂੰ ਵੀ ਤਾਂ ਹਲੇ ਮੋਮ ਕਰਨਾ ਸੀ। ਹੁਣ ਸਤਿਗੁਰ ਪਾਤਸ਼ਾਹ ਜੀ ਨੂੰ ਮਰਿਆ ਜਾਣ ਕੇ ਰਾਖਸ਼ਸ ਮਨ ਹੀ ਮਨ ਖੁਸ਼ ਹੋਇਆ ਤੇ ਪਹਾੜੀ ਤੋਂ ਥੱਲੇ ਉਤਰ ਕੇ ਆਇਆ ਵੇਖਣ ਵਾਸਤੇ ਕਿ ਦੇਖਾਂ ਜ਼ਿੰਦਾ ਨੇ ਕਿ ਮਰ ਗਏ ਨੇ। ਲੇਕਿਨ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਡੋਲਤਾ ਵੇਖ ਕੇ ਹੈਰਾਨ ਰਹਿ ਗਿਆ। ਪਰ ਈਰਖਾ ਹਲੇ ਨਹੀਂ ਸੀ ਗਈ, ਕ੍ਰੋਧ ਉਸੀ ਤਰ੍ਹਾਂ ਹਲੇ ਭਰਿਆ ਹੋਇਆ ਸੀ। ਤਾਂ ਕ੍ਰੋਧ ਵਿੱਚ ਆ ਕੇ ਆਪਣਾ ਸੱਜਾ ਪੈਰ ਪੱਥਰ ਵਿੱਚ ਦੇ ਮਾਰਿਆ। ਜਾਂ ਪੈਰ ਪੱਥਰ ਦੇ ਉੱਤੇ ਵੱਜਾ, ਪੈਰ ਅੰਦਰ ਹੀ ਧਸ ਗਿਆ ਤੇ ਹੁਣ ਐਸਾ ਧਸਿਆ ਕਿ ਪੈਰ ਬਾਹਰ ਨਾ ਆਵੇ।
बड़े यतन कीते पैर नूं कड्ढण लई, ते जदों पैर बाहर ना निकलिया मन नूं सोझी पै गई कि जिन्हां नूं मैं मारन दी कोशिश कर रिहा ਉਹ कोई आम नहीं ने, ਉਹ कोई परमात्मा दे खास ने। ते साध संगत, जदों मन नूं इस गल दी समझ आई, जितने भी गलत कर्म कीते सन उन्हां दा नक्शा अखां दे सामने बनन लग पिया। जो जो गलत काम कीते सन, ते फिर लगा राक्षस अरदासां करन, हे परमात्मा मैं बहुत गलत काम कीते हैं, मैनू बख्श ले। हे सतगुर पातशाह मैनू बख्श दिओ। ते साध संगत, जां गुरु नानक पातशाह जी दे चरनां विच अरदास कीती, अरदास प्रवान हो गई। जां बेनती कीती, पैर पत्थर तो बाहर आ गया, तां सन्मुख आके गुरु नानक पातशाह जी दे चरनां उत्ते डिग पिया ते आखण लगा, गरीब नवाज मैनू बख्श लो, मेरे ते दया करो। तां सतगुर पातशाह अपने नैन खोले ते निम्रता विच आके राक्षस नूं बख्श दिता, उधार कीता। धन गुरु नानक देव पातशाह जी ने किसे नूं भी मारिया नहीं, किसे दा भी वध नहीं कीता। मंदे कर्म साड़ दिते ते शुभ कर्मां दा प्रकाश कर दिता। उच्चारण करो, सतनाम श्री वाहिगुरू जी। पापी नूं नहीं मारिया, पाप नूं मार दिता ते सच दा मार्ग दर्शाया। सजा ना दे के बख्श देना होर भी औखा है। महापुरुष दुनियावी लोकां बारे क्या करते हैं, किसे तो बदला ना लै करके, किसे तो बदला ना लैके बख्श देण नाल अपने 100 अवगुण सड़ जाते हैं। ते साध संगत, जिसनों गुरु नानक पातशाह जी ने बख्श दिता, वो फिर इत्थे भी बख्शिया, उत्थे भी बख्शिया। तां जिथे पातशाह जी ने बख्शिया उत्थे यह उपदेश भी दिता कि हुण जिथे लोकां नूं सताया करदा सैं, लोकां नूं तंग करिया करदा सैं, लोकां नूं मारन दा पैड़ा ते हिंसक कम छड्ड दे ते उन्हां दी सेवा करिया कर। मनुखता लई प्रेम हिरदे विच जागृत कर दिता गुरु नानक पातशाह जी ने, ते आख्या बाकी दा जीवन प्रभु दा नाम सिमरन जपदियां होयां ते आए गए दी सेवा विच गुजारी, तेरा कल्याण होवेगा। गुरु नानक पातशाह जी दा ਇਹ वचन सुनदियां ही राक्षस दा कठोर सुभाव ही मोम हो गया, ते इस तरह पातशाह ने राक्षस दे हिरदे विच सच दा चानण कीता।